ਅੱਜ ਇੱਕ ਸੀ ਡਰੋਨ ਆ ਉਸਨੂੰ ਰੈਸਕਿਊ ਕਰਨਾ ਪਿਆ ਯੂਐਸ ਦੇ ਆਰਮੀ ਹੈਲੀਕਾਪਟਰ ਕਰੂ ਦੇ ਦੁਆਰਾ ਸਟ੍ਰੇਟ ਆਫ ਹਾਰਮੁਜ਼ ਦੇ ਨਜ਼ਦੀਕ। ਸੋ 3 ਜਿਹੜੇ ਕਰੂ ਮੈਂਬਰਸ ਆ ਯੂਐਸ ਆਰਮੀ ਹੈਲੀਕਾਪਟਰ ਦੇ, ਉਹ ਕ੍ਰੈਸ਼ ਕਰ ਗਏ ਸੀ ਸਟ੍ਰੇਟ ਆਫ ਹਾਰਮੁਜ਼ ਦੇ ਨਜ਼ਦੀਕ। ਇਹ ਕੱਲ੍ਹ ਦੀ ਜਿਹੜੀ ਉਹ ਘਟਨਾ ਆ ਤੇ ਇਹਨਾਂ ਨੂੰ ਬਾਅਦ 'ਚ ਅਮਰੀਕਨ ਸੀ ਡਰੋਨ ਦੇ ਨਾਲ ਬਚਾਇਆ ਜਿਹੜਾ ਉੱਥੋਂ ਗਿਆ ਆ। ਯੂਐਸ ਸੈਂਟਰਲ ਕਮਾਂਡ ਸੈਂਟਕੌਂਪ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੇ ਫੌਜੀ ਆ ਉਹਨਾਂ ਨੂੰ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਸੀਗਾ ਤੇ ਜਦੋਂ ਤੋਂ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀ ਉਸ ਤੋਂ 2 ਘੰਟੇ ਦੇ ਸਮੇਂ ਦੇ ਵਿੱਚ ਸਟੇਬਲ ਕੰਡੀਸ਼ਨਸ 'ਚ ਬਾਅਦ 'ਚ ਉੱਥੋਂ ਉਹਨਾਂ ਨੂੰ ਸੁਰੱਖਿਅਤ ਜਿਹੜਾ ਉਹ ਕੱਢ ਲਿਆ ਗਿਆ ਸੀਗਾ ਕੋਸਟ ਆਫ ਓਮਾਨ ਦੇ ਨਜ਼ਦੀਕ। ਜਦ ਕਹਿੰਦੇ ਵੀ ਪਾਣੀਆਂ ਦੇ ਵਿੱਚ ਉਹ ਗਸ਼ਤ ਕਰ ਰਹੇ ਸੀਗੇ ਉਸ ਟਾਈਮ ਦੇ ਉੱਤੇ ਇਹ ਇਹਨਾਂ ਦਾ ਹਾਦਸਾਗ੍ਰਸਤ ਹੋਇਆ ਸੀ। AH-64 ਅਪਾਚੀ ਹੈਲੀਕਾਪਟਰ ਸੀਗਾ ਜਿਸ ਦੇ ਵਿੱਚ ਇਹ 3 ਕਰੂ ਮੈਂਬਰ ਸਵਾਰ ਸੀਗੇ ਤੇ ਜੋ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀਗਾ। ਸੋ ਇਹਦੇ ਵਿੱਚ ਇਹ ਨਹੀਂ ਪਤਾ ਵੀ ਕਾਰਨ ਜਿਹੜੇ ਇਸ ਦੇ ਵਿੱਚ ਅਜੇ ਦੱਸੇ ਨਹੀਂ ਆ ਵੀ ਕੀ ਚੱਕਰ ਜਿਹੜਾ ਉਹ ਬਣਿਆ ਤੇ ਉਸ ਦੀ ਜਾਂਚ ਜਿਹੜੀ ਉਹ ਹੋਵੇਗੀ। ਤੇ ਉਸ ਤੋਂ ਬਾਅਦ 'ਚ ਅਨਕਰੂਡ ਸਰਫੇਸ ਡਰੋਨ ਆ ਜੋ ਕਿ ਟਾਸਕ ਫੋਰਸ 59 ਦੇ ਦੁਆਰਾ ਲਾਂਚ ਕੀਤਾ ਜਿਹੜਾ ਹੋ ਗਿਆ ਸੀਗਾ। ਉਹਨਾਂ ਨੇ ਉਸ ਜਿਹੜਾ ਅਨਕਰੂਡ ਸਰਫੇਸ ਡਰੋਨ ਦੀ ਮਦਦ ਦੇ ਨਾਲ ਉਹਨਾਂ ਨੂੰ ਉੱਥੋਂ ਕੱਢਿਆ ਹੈਗਾ ਆ। ਸੋ ਜਿਹੜੀ ਟਾਸਕ ਫੋਰਸ 59 ਆ 2024 ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਉਹ ਬਣਾਈ ਗਈ ਸੀ। ਆਪਰੇਸ਼ਨਲ ਡਿਪਲੋਇਮੈਂਟ ਆਫ ਅਨਮੈਨਡ ਸਿਸਟਮਸ ਟੀਮਡ ਵਿਦ ਮੈਨਡ ਆਪਰੇਟਰਸ ਵੀ ਮੈਰੀਟਾਈਮ ਸਿਕਿਉਰਿਟੀ ਦੇ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮਿਡਲ ਈਸਟ ਦੇ ਇਲਾਕੇ ਦੇ ਵਿੱਚ ਲਾਇਆ ਸੀ। ਸੋ ਉਸ ਟਾਸਕ ਫੋਰਸ ਦੀ ਮਦਦ ਲੈ ਕੇ ਇਹ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਕਰੂ ਮੈਂਬਰਸ ਨੂੰ ਉੱਥੋਂ ਕੱਢਿਆ ਗਿਆ ਹੈ। ਬਿਲਕੁਲ ਸਟੇਟ ਆਫ ਹਾਰਮੁਜ਼ ਦੇ ਵਿੱਚ ਯੂਐਸ ਦੀ ਆਰਮੀ ਨੇ ਜਿਹੜਾ ਅਟੈਕ ਕੀਤਾ ਸੀ ਤੇ ਉੱਥੇ ਇੱਕ ਜੋ ਹੈਲੀਕਾਪਟਰ ਆ ਕ੍ਰੈਸ਼ ਹੋ ਗਿਆ ਸੀ ਤੇ ਡਰੋਨ ਬੋਟ ਦੇ ਰਾਹੀਂ ਜਿਹੜਾ ਆ ਅਨਮੈਨਡ ਬੋਟ ਸੀ ਡਰੋਨ ਬੋਟ ਉਹਦੇ ਰਾਹੀਂ 2 ਜਿਹੜੇ ਏਵੀਏਟਰਸ ਆ ਉਹਨਾਂ ਨੂੰ ਫਿਰ ਤੱਟ ਦੇ ਉੱਤੇ ਲੈ ਆਂਦਾ ਤੇ ਕਹਿੰਦੇ 2 ਘੰਟੇ ਉਹ ਆਲਮੋਸਟ ਪਾਣੀ ਦੇ ਵਿੱਚ ਰਹੇ। ਜਿਹੜੇ ਕੈਪਟਨ ਟਿਮ ਹੌਕਨਸ ਆ ਸਪੋਕਸਮੈਨ ਆ ਯੂਐਸ ਸੈਂਟਰਲ ਕਮਾਂਡ ਦੇ, ਉਹਨਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈਗਾ। ਮਿਡਲ ਈਸਟ ਦੇ ਵਿੱਚ ਇਹ ਕ੍ਰੈਸ਼ ਜਿਹੜਾ ਵਾਪਰਿਆ ਸਟੇਟ ਆਫ ਹਾਰਮੁਜ਼ ਦੇ ਲਾਗੇ ਤੇ ਈਰਾਨ ਤੇ ਇਜ਼ਰਾਈਲ ਆਪਣੇ ਆਪਸ ਦੇ ਵਿੱਚ ਐਕਸਚੇਂਜ ਕਰ ਰਹੇ ਹੈਗੇ ਆ ਫਾਇਰਸ ਹਜੇ ਵੀ ਜਿਹੜਾ ਕਿਤੇ ਨਾ ਕਿਤੇ। ਤੇ ਯੂਐਸ ਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਫਰਵਰੀ 28 ਨੂੰ ਅਟੈਕ ਕਰਨਾ ਸ਼ੁਰੂ ਕੀਤਾ ਸੀ। ਤੇ ਹੁਣ ਜੂਨ ਜਿਹੜੀ ਅੱਜ 9 ਹੋ ਗਈ ਆ ਤੇ ਕਾਫੀ ਲੰਮਾ ਸਮਾਂ ਹੋ ਗਿਆ ਜਦ ਤੋਂ ਇਹ ਜਿਹੜੀ ਆ ਲੜਾਈ ਚੱਲ ਰਹੀ ਹੈਗੀ ਆ। ਹਾਲਾਂਕਿ ਵਿੱਚ ਕਹਿ ਦਿੰਦੇ ਆ ਵੀ ਸੀਜ਼ ਫਾਇਰ ਆ ਪਰ ਫਿਰ ਇਦਾਂ ਚੱਲ ਜਾਂਦਾ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਕਨੋਲਜ ਕੀਤਾ ਕਿ ਕ੍ਰੈਸ਼ ਹੋਇਆ ਸੀ ਜਰਨਲਿਸਟ ਦੇ ਨਾਲ ਬੋਲਦੇ ਹੋਏ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਨਿਊਯਾਰਕ ਦੇ ਉੱਤੇ ਜਦੋਂ ਉਹ NBA ਨੂੰ ਜਿਹੜਾ NBA ਫਾਈਨਲਸ ਆ ਉਹਨਾਂ ਨੂੰ ਵਾਚ ਕਰਕੇ ਆ ਰਹੇ ਸੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਪਾਇਲਟ ਆ ਬਹੁਤ ਗੁੱਡ ਹੈਗੇ ਆ, ਫਾਈਨ ਆ ਤੇ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਤੇ ਕਹਿੰਦੇ ਵੀ ਅਸੀਂ ਕੱਲ ਨੂੰ ਜਿਹੜੀ ਆ ਰਿਪੋਰਟ ਉਹ ਇਸ਼ੂ ਕਰਾਂਗੇ। ਸੋ ਕੱਲ ਨੂੰ ਮਤਲਬ ਅੱਜ ਉਹ ਰਿਪੋਰਟ ਇਸ਼ੂ ਕਰਨਗੇ। ਜਿਹੜਾ ਕ੍ਰੈਸ਼ ਸੀਗਾ ਉਹ 3:30 ਤੜਕੇਸਾਰ ਜਿਹੜਾ ਉੱਥੇ ਦਾ ਜਿਹੜਾ ਸਮਾਂ ਸੀ ਕੋਸਟ ਆਫ ਓਮਾਨ ਦੇ ਵਿੱਚ ਹੋਇਆ ਸੀਗਾ। AH-64 ਅਪਾਚੀ ਹੈਲੀਕਾਪਟਰ ਇੱਕ ਤਰ੍ਹਾਂ ਨਾਲ ਅਮਰੀਕਨ ਮਿਲਟਰੀ ਦਾ ਬੜਾ ਤਕੜਾ ਐਸੈਟਸ ਹੈਗਾ ਤੇ ਪਰ ਦੂਸਰੇ ਪਾਸੇ ਟਰੰਪ ਹੁਣੀ ਸਟਿਲ ਕਹਿ ਰਹੇ ਆ ਕਿ ਇਰਾਨ ਵਾਲੀ ਜਿਹੜੀ ਡੀਲ ਆ ਉਹ ਇਜ਼ ਕਮਿੰਗ। ਸੋ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਕਹਿੰਦੇ ਵੀ ਹੈਵ ਏ ਗੁੱਡ ਚਾਂਸ ਵੀ ਸਾਈਨ ਕਰਨ ਦੇ ਲਈ ਡੀਲ 2 ਜਾਂ 3 ਦਿਨਾਂ ਦੇ ਵਿੱਚ। ਇਹ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜਾ ਆ ਉਹ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਹੈਗਾ। ਮੀਡੀਏਟਰ ਜਿਹੜੇ ਆ ਜਿਹਦੇ ਵਿੱਚ ਪਾਕਿਸਤਾਨ ਲੀਡ ਕਰ ਰਿਹਾ ਆ ਪ੍ਰੀਡੋਮੀਨੈਂਟਲੀ ਕਹਿੰਦੇ ਤੇ ਕਹਿੰਦੇ ਕਾਫੀ ਹਫ਼ਤਿਆਂ ਤੋਂ ਇਸ ਡੀਲ ਬਣਾਉਣ ਦੇ ਵਿੱਚ ਉਹ ਲੱਗਾ ਹੋਇਆ ਹੈਗਾ ਆ ਤੇ ਈਰਾਨ ਤੇ ਯੂਐਸ ਦੋਨਾਂ ਨੇ ਹਾਰਡ ਪੋਜੀਸ਼ਨ ਇਸ ਟਾਈਮ ਆਪਣੀ ਲਈ ਹੋਈ ਹੈਗੀ ਆ। ਸੋ ਇਹ ਸਿਚੁਏਸ਼ਨ ਜਿਹੜੀ ਆ ਮਿਡਲ ਈਸਟ 'ਚ ਆ ਤੇ ਦੂਸਰੇ ਪਾਸੇ ਜਿਹੜਾ ਤੁਸੀਂ ਦੱਸਿਆ ਹੀ ਆ ਇਜ਼ਰਾਈਲ ਵਾਲਿਆਂ ਨੇ ਟਾਇਰ ਲੈਬਨਾਨ ਦੇ ਵਿੱਚ ਜਿਹੜੀ ਵਾਰਨਿੰਗ ਦਿੱਤੀ ਹੈਗੀ ਆ ਵੀ ਉੱਥੇ ਅਸੀਂ ਬੰਬਾਰਡਮੈਂਟ ਕਰਨ ਜਾ ਰਹੇ ਹਾਂ। ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਨਫਲਿਕਟ ਆ ਉਸ ਵਧਾਉਣ ਦੇ ਲਈ ਰੋਕਿਆ ਸੀ। ਜੀ ਬਿਲਕੁਲ। ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਸੋ ਫਾਰ 2 ਮਹੀਨੇ ਹੋ ਗਏ ਆ ਜਦੋਂ ਟਰੰਪ ਹੁਣਾਂ ਨੇ ਪਹਿਲੀ ਵਾਰੀ ਜਿਹੜੀ ਸੀਜ਼ ਫਾਇਰ ਆ ਉਹ ਐਲਾਨ
ਕੀਤੀ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਉਦੋਂ ਤੋਂ ਹੀ ਇਹ ਕਹਿ ਰਹੇ ਆ ਵੀ ਦੋਨੋਂ ਸਾਈਡਸ, ਦੋਨੋਂ ਮੁਲਕ, ਦੋਨੋਂ ਧਿਰਾਂ ਡੀਲ ਬਣਾਉਣ ਦੇ ਬਿਲਕੁਲ ਨਜ਼ਦੀਕ ਹੈਗੀਆਂ ਆ। ਸੋ 7 ਅਪ੍ਰੈਲ ਨੂੰ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਅਜੇ ਵੈਰੀ ਫਾਰ ਅਲੋਂਗ ਆ ਤੇ 2 ਹਫ਼ਤੇ ਚਾਹੀਦੇ ਆ ਵੀ ਐਗਰੀਮੈਂਟ ਨੂੰ ਫਾਈਨਲਾਈਜ਼ ਜਿਹੜਾ ਉਹ ਕਰਨ ਦੇ ਲਈ। ਤੇ ਕਹਿੰਦੇ ਵੀ ਲੌਂਗ ਟਰਮ ਪ੍ਰੋਬਲਮ ਆ ਤੇ ਰੈਜ਼ੋਲੂਸ਼ਨ ਦੇ ਲਈ ਟਾਈਮ ਜਿਹੜਾ ਉਹ ਲੱਗੇਗਾ। ਪਰ ਕਹਿੰਦੇ ਵੀ ਕੋਈ ਰੈਜ਼ੋਲੂਸ਼ਨ ਆਬਵੀਅਸਲੀ ਨਹੀਂ ਜਿਹੜਾ ਉਹ ਬਣਿਆ। ਸੋ ਟਰੰਪ ਹੋਣਾ ਨੇ ਹੁਣ ਤੱਕ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕਾਫੀ ਵਾਰ ਇਹ ਚੀਜ਼ ਜਿਹੜੀ ਉਹ ਕਹਿ ਦਿੱਤੀ ਆ ਵੀ ਆਰ ਵੈਰੀ ਕਲੋਜ਼। So getting closer, largely negotiated, subject to finalization. Deal would be announced shortly. Very close to having a deal. We are very close to final deal with Iran. ਇਹ ਸਾਰੇ ਇਹਨਾਂ ਦੇ ਜਿਹੜੇ ਇਹ ਬਿਆਨ ਜਿਹੜੇ ਉਹ ਹੈਗੇ ਆ। ਸੋ ਤੁਸੀਂ ਦੇਖ ਹੀ ਸਕਦੇ ਆ ਵੀ ਟਰੰਪ ਹੁਣਾਂ ਨੇ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਇਹ ਬਿਆਨ ਜਿਹੜੇ ਉਹ ਦੇ ਰਹੇ ਆ ਤੇ ਪਰ ਅਜੇ ਤੱਕ ਡੀਲ ਕਿਸੇ ਪਾਸੇ ਫਾਈਨਲਾਈਜ਼ ਹੋ ਨਹੀਂ ਰਹੀ। ਅਕਸਰ ਆਪਾਂ ਦੇਖਦੇ ਹਾਂ ਵੀ ਇਹ ਜਦੋਂ ਵੀ ਇਦਾਂ ਦਾ ਬਿਆਨ ਦਿੰਦੇ ਆ ਉਦੋਂ ਸਟਾਕ ਮਾਰਕੀਟ 'ਚ ਜ਼ਰੂਰ ਹਰਕਤ ਜਿਹੜੀ ਆ ਹਰਜੋਤ ਸਿੰਘ ਜੀ ਹੋ ਜਾਂਦੀ ਆ। ਉਦੋਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਸੋ ਪਰ ਇਹ ਆ ਵੀ ਟਰੰਪ ਹੁਣੀ ਬਾਰ-ਬਾਰ ਕਹਿ ਹੀ ਤਾਂ ਜਾ ਰਹੇ ਆ ਤੇ ਪਰ ਇਹ ਆ ਵੀ ਅਜੇ ਹੱਲ ਜਿਹੜਾ ਉਹ ਪੂਰੀ ਤਰ੍ਹਾਂ ਹੋਇਆ ਨਹੀਂ। ਤੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਜਿਹੜੀ ਜ਼ਰੂਰ ਹੈਗੀ ਆ ਵੀ ਹੁਣ ਕੋਈ ਮੰਨੇ ਚਾਹੇ ਨਾ ਮੰਨੇ, ਚਾਹੇ ਈਰਾਨ ਵਰਗੇ ਮੁਲਕ ਦੇ ਉੱਤੇ ਤਕਰੀਬਨ 50 ਸਾਲ ਤੋਂ ਸੈਂਕਸ਼ਨਸ ਲੱਗੀਆਂ ਹੋਈਆਂ। 47 ਸਾਲ ਤੋਂ ਵੱਧ ਦਾ ਵਕਤ ਜਿਹੜਾ ਉੱਤੇ ਹੋ ਚੁੱਕਾ ਸੈਂਕਸ਼ਨਸ ਜਿਹੜੀਆਂ ਉਹ ਲੱਗੀਆਂ ਹੋਈਆਂ ਆ। 38 ਵਾਰ ਟਰੰਪ ਹੋਣਾ ਨੇ ਹੁਣ ਤੱਕ ਕਹਿ ਚੁੱਕੇ ਆ ਵੀ ਡੀਲ ਜਿਹੜੀ ਫਾਈਨਲ ਹੋਣ ਵਾਲੀ ਆ। ਪਰ ਤੁਸੀਂ ਦੇਖੋ ਵੀ ਈਰਾਨ ਇੱਕ ਧਿਰ ਦੇ ਤੌਰ ਦੇ ਉੱਤੇ, ਮਜ਼ਬੂਤ ਧਿਰ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਸਾਹਮਣੇ ਆ ਗਈ ਆ। ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਉਹਨਾਂ ਦਾ ਲਾਂਘੇ ਦੇ ਉੱਤੇ ਪੂਰਾ ਹੀ ਕੰਟਰੋਲ ਆ, ਸਟ੍ਰੇਟ ਆਫ ਹਾਰਮੁਜ਼ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ। ਤੇ ਉਤੋਂ ਹੁਣ ਅਗਲੇ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਮਿਜ਼ਾਈਲ ਵੀ ਛੱਡ ਦਿੰਦੇ ਆ, ਗੱਲਬਾਤ ਵੀ ਕਰਦੇ ਆ, ਹੋਰ ਮੁਲਕਾਂ 'ਚ ਜਾ ਕੇ ਵੀ ਉਹ ਗੱਲਬਾਤ ਜਿਹੜੀ ਉਹ ਹੋ ਰਹੀ ਆ। ਤੇ ਇਹ ਆਪਣੀ ਅੜੀ ਜਿਹੜੀ ਆ ਈਰਾਨ ਵਾਲੇ ਉਹ ਪਕਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਅਜੇ ਇੰਨਾ ਜ਼ਿਆਦਾ ਨੁਕਸਾਨ ਬੰਬਾਂ ਦੇ ਨਾਲ ਇਹਨਾਂ ਦਾ ਜਿਹੜਾ ਉਹ ਹੋ ਚੁੱਕਾ ਆ। ਇਹਨਾਂ ਦੇ ਮੇਨ ਲੀਡਰਸ਼ਿਪ ਆ ਉਹ ਖਤਮ ਕਰ ਦਿੱਤੀ ਗਈ ਆ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਅੜੇ ਪਏ ਹੈਗੇ ਆ। ਸੋ ਇਹ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਦੇ ਕਹਿਣ ਦੇ ਉੱਤੇ ਈਰਾਨ ਦੇ ਉੱਤੇ ਹਮਲਾ ਹੋਇਆ, ਈਰਾਨ ਨੂੰ ਉੱਦਾਂ ਤਾਂ ਇਹ ਮਕਸਦ ਤਾਂ ਇਹੀ ਸੀਗਾ ਵੀ ਨੁਕਸਾਨ ਪਹੁੰਚਾਇਆ ਜਾ ਸਕੇ, ਉਸ ਨੂੰ ਕਮਜ਼ੋਰ ਕੀਤਾ ਜਾ ਸਕੇ। ਪਰ ਓਵਰਆਲ ਹਰਜੋਤ ਸਿੰਘ ਜੀ ਲਾਂਘੇ ਦੇ ਉੱਤੇ ਕੰਟਰੋਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਈਰਾਨ ਇੱਕ ਹੋਰ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਉੱਭਰ ਕੇ ਸਾਹਮਣੇ ਆ ਚੁੱਕਾ ਹੈਗਾ। ਬਿਲਕੁਲ। ਹਾਲਾਂਕਿ ਈਰਾਨ ਵਾਲਿਆਂ ਨੇ ਆਪਣਾ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਲਾਂਚ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਬੰਬਾਰਡਮੈਂਟ ਦਾ ਲੈਬਨਾਨ ਦੇ ਵਿੱਚ। ਤੇ ਟਰੰਪ ਹੁਣੀ ਕਹਿ ਰਹੇ ਆ ਵੀ ਇਹ ਜਿਹੜਾ ਆ ਇਸ ਨੂੰ ਰੋਕਿਆ ਜਾਵੇ।